ਖੁੱਲੀ ਕਵਿਤਾ ਮੈਨੂੰ ਲੱਗਦਾ ਖੁੱਲੀ ਕਵਿਤਾ ਨੂੰ ਨਾਲ ਨਾ ਕਹਿਣ ਨਾਲ ਮੈਨੂੰ ਛੰਦ ਰਹਿਤ ਜੇ ਤੁਸੀਂ ਆਪਾਂ ਕਵਿਤਾ ਕਹਿ ਦਈਏ ਤਾਂ ਮੈਨੂੰ ਇਹ ਸ਼ਬਦ ਚੰਗਾ ਲੱਗਦਾ। ਜਿਵੇਂ ਤੁਸੀਂ ਖੁੱਲੀ ਕਵਿਤਾ ਕਹਿਣੀ ਹੋ, ਇਹਦਾ ਜਿਹੜਾ ਸੁਭਾਅ ਹੈ ਉਹ ਮੇਰੇ ਨਾਲ ਮੇਚ ਖਾ ਗਿਆ। ਮੈਂ ਕੁਝ ਕਵਿਤਾਵਾਂ ਲਿਖੀਆਂ। ਵਿਸ਼ੇ ਕਦੀ ਮਿੱਥ ਕੇ ਨਹੀਂ ਚੁਣੇ ਜਾਂਦੇ ਹਨਾ, ਕਿ ਮੈਂ ਤੁਸੀਂ ਕਿਸੇ ਦੇ ਡਾਂਗ ਤਾਂ ਮਾਰ ਨਹੀਂ ਸਕਦੇ। ਕਵੀ ਨੇ ਕੁਝ ਨਹੀਂ, ਕਵੀ ਨੇ ਸਿਰਫ ਆਪਣੀ ਗੱਲ ਕਹਿਣੀ ਹੁੰਦੀ ਹੈ, ਆਪਣੀ ਯਾਨੀ ਕਿ ਆਪਣਾ ਆਵਾਜ਼ ਉਠਾਉਣੀ ਹੁੰਦੀ ਹੈ। ਫਿਰ ਉਹ ਕਵਿਤਾ ਜਰੀਏ ਉਠਾਉਂਦਾ ਹੈ। ਕੋਈ ਅਨੁਵਾਦ ਦੇ ਜਰੀਏ ਤੁਸੀਂ ਸਿੱਖਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਕਿ ਗੱਲ ਕਿੱਥੇ ਖੜੀ ਹੈ। ਕਵਿਤਾ 'ਚ ਤੁਸੀਂ ਹੋਰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਗੱਲ ਕਹਿ ਸਕਦੇ ਹੋ ਕਿ ਧੀਏ ਤੇਰੇ ਆਉਣ ਨਾਲ ਮੇਰਾ ਵੀ ਇੱਕ ਨਵਾਂ ਜਨਮ ਹੋਇਆ ਇੱਕ ਪਿਤਾ ਦਾ। 18 'ਚ ਮੇਰੀ ਇਉਂ ਵੀ ਦੇਖਣਾ ਕਿਤਾਬ ਆਈ ਸੀ। ਇਹ ਕਿਤਾਬ ਨੂੰ ਬੜਾ ਜਾਨੀ ਕਿ ਮੁਹੱਬਤ ਮਿਲੀ। ਬੜੇ ਲੋਕਾਂ ਨੇ, ਹੁਣ ਵੀ ਲੋਕ ਮੰਗਵਾ ਪੜ੍ਹਦੇ ਨੇ। ਪ੍ਰਮਾਣਿਕ ਅਨੁਭਵ ਦੀ ਜਿਹੜੀ ਕਵਿਤਾ ਹੈ ਹਨਾ, ਉਹ ਤੁਹਾਨੂੰ ਟੁੰਬਦੀ ਹੈ। ਥੋੜਾ ਇਹਦਾ ਸਟਰਕਚਰ ਹੈ ਸਿੱਧਾ, ਉਹ ਜਾਨੀ ਕਿ ਤੁਹਾਨੂੰ ਤੁਹਾਡੇ ਦਿਲ ਤੇ ਲੱਗਦਾ। ਇੰਨੇ ਚੰਗੇ ਬੱਚਿਆਂ ਦੀ ਤਲਾਸ਼ ਵਿੱਚ ਰਹਿੰਦੇ ਹਾਂ ਅਸੀਂ, ਤੇ ਮਿਲਦੇ ਹੀ ਉਹਨਾਂ ਨੂੰ ਲੈ ਆਉਂਦੇ ਹਾਂ ਘਰ। ਅਕਸਰ 1000 ਰੁਪਇਆ ਮਹੀਨੇ ਅਤੇ ਖਾਣੇ ਤੇ। ਬੱਚਾ ਲੋਰੀ ਦੇ ਸ਼ਬਦ ਨਹੀਂ ਸੰਗੀਤ ਸਮਝਦਾ ਹੈ। ਸਾਰੇ ਸਤਿਕ ਧਾਰਾ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਤੇ ਮਨਦੀਪ ਕੌਰ ਭਮਰਾ ਜੀ ਨੂੰ ਮੇਰਾ ਆਦਾਬ, ਸਤਿ ਸ੍ਰੀ ਅਕਾਲ। ਇਹਨਾਂ ਨੇ ਬਹੁਤ ਪਿਆਰਾ ਉਦਮ ਕੀਤਾ ਜੋ ਇਹਨਾਂ ਨੇ ਆਪਣਾ ਸਤਿਕ ਧਾਰਾ ਚੈਨਲ ਸ਼ੁਰੂ ਕੀਤਾ। ਖੁੱਲੀ ਕਵਿਤਾ ਇੰਨੀ ਖੁੱਲੀ ਵੀ ਨਹੀਂ ਹੁੰਦੀ ਹਨਾ ਜੀ। ਇਹ ਛੰਦ ਰਹਿਤ ਕਵਿਤਾ ਕਹਿ ਸਕਦੇ ਇਹਨੂੰ ਆਪਾਂ। ਖੁੱਲੀ ਦੇ ਵੀ ਨਿਜ਼ਮ ਨਹੀਂ, ਇਹਦੇ ਵੀ ਕੁਝ ਯਾਨੀ ਕਿ ਟੈਕਨੀਕਸ ਨਹੀਂ ਜਿਸ ਦੁਆਰਾ ਆਪਾਂ ਕਵਿਤਾ ਨੂੰ ਆਪਣੀ ਗੱਲ ਨੂੰ ਕਹਿਣਾ ਹੁੰਦਾ ਹੈ। ਖੁੱਲੀ ਤੋਂ ਵਾਰਤਕ ਲਾ ਲਓ। ਇੱਕ ਵਾਰਤਕ ਹੁੰਦੀ ਹੈ ਹਨਾ, ਵਾਰਤਕ ਵੀ ਪੂਰੀ ਪ੍ਰੋਪਰਲੀ ਖੁੱਲੀ ਨਹੀਂ ਕਹਿ ਸਕਦੇ ਆਪਾਂ। ਵਾਰਤਕ ਖੁੱਲੀ ਚੀਜ਼ ਹੈ, ਉਹ 'ਚ ਵੀ ਅਨਸੈਡਨੈਸ ਹੁੰਦਾ ਹੈ, ਕੋਈ ਅਣਕਿਹਾ ਹੁੰਦਾ ਹੈ, ਕੋਈ ਗੱਲ ਨੂੰ ਕਿਸੇ ਤਰ੍ਹਾਂ ਕਿਸੇ ਟੈਕਨੀਕ ਨਾਲ, ਕਿਸੇ ਯੁਕਤ ਨਾਲ, ਕਿਸੇ ਵਿੰਬ ਨਾਲ, ਕਿਸੇ ਸਿਸਟਮ ਨਾਲ ਅਸੀਂ ਪਹੁੰਚਾਉਣਾ ਹੁੰਦਾ ਹੈ। ਖੁੱਲੀ ਕਵਿਤਾ ਮੈਨੂੰ ਲੱਗਦਾ ਖੁੱਲੀ ਕਵਿਤਾ ਨੂੰ ਨਾਲ ਨਾ ਕਹਿਣ ਨਾਲ ਮੈਨੂੰ ਛੰਦ ਰਹਿਤ ਜੇ ਤੁਸੀਂ ਆਪਾਂ ਕਵਿਤਾ ਕਹਿ ਦਈਏ ਤਾਂ ਮੈਨੂੰ ਇਹ ਸ਼ਬਦ ਚੰਗਾ ਲੱਗਦਾ ਹੁੰਦਾ ਵੀ ਛੰਦਬੱਧ ਹੁੰਦੀ ਹੈ ਕਿ ਛੰਦ ਰਹਿਤ ਹੁੰਦੀ ਹੈ। ਐਕਚੁਅਲੀ ਮੈਂ ਨਾ ਪਹਿਲਾਂ ਗਜ਼ਲ ਤੋਂ ਸ਼ੁਰੂ ਕੀਤਾ ਸੀਗਾ। ਗਜ਼ਲ 'ਚੋਂ ਇੰਨਾ ਜ਼ਰੂਰ ਸੀਗਾ ਕਿ ਮੇਰੇ ਕੋਲ ਇੱਕ ਪੋਇਟਿਕ ਸੈਂਸ ਮੈਨੂੰ ਲੱਗਦਾ ਕਿ ਜਿਵੇਂ ਦੋਸਤ ਦੱਸਦੇ ਨੇ, ਆਪ ਨੂੰ ਖੁਦ ਵੀ ਨੂੰ ਪਤਾ ਹੁੰਦਾ ਜੇ ਮੈਂ ਐਵੇਂ ਗੱਲ ਨਾ ਵੀ ਕਰਾਂ ਕਿ ਮੇਰੇ ਕੋਲ ਇੱਕ ਪੋਇਟਿਕ ਸੈਂਸ ਹੈ ਸੀ। ਪਰ ਉਹ ਇੱਕ ਸਟਰਕਚਰ, ਮੇਰੇ ਕੋਲ ਗਜ਼ਲ ਦਾ ਸਟਰਕਚਰ ਮੈਂ ਬਹੁਤਾ ਮੇਰੇ ਨੇੜੇ ਨਹੀਂ ਪਹੁੰਚ ਸਕਿਆ ਜਾਂ ਮੈਂ ਉਹਦੇ ਨੇੜੇ ਨਹੀਂ ਪਹੁੰਚ ਸਕਿਆ ਹਨਾ ਵੀ ਉਹ ਮੇਰੇ ਹਿਸਾਬ 'ਚ ਨਹੀਂ ਆਈ ਉਹ ਗੱਲ। ਫਿਰ ਯਾਨੀ ਇੱਕ ਫ੍ਰੀ ਵਰਸ ਜਿਹੜੀ ਕਵਿਤਾ ਸੀਗੀ, ਜਿਹਨੂੰ ਤੁਸੀਂ ਖੁੱਲੀ ਕਵਿਤਾ ਕਹਿੰਦੇ ਹੋ, ਇਹਦਾ ਜਿਹੜਾ ਸੁਭਾਅ ਹੈ ਉਹ ਮੇਰੇ ਨਾਲ ਮੇਚ ਖਾ ਗਿਆ। ਮੈਂ ਕੁਝ ਕਵਿਤਾਵਾਂ ਲਿਖੀਆਂ ਤੇ ਪਰਚੇ ਨੂੰ ਭੇਜੀਆਂ, ਫਿਰ ਕਿਤਾਬ ਵੀ ਆਈ ਤਾਂ ਦੋਸਤਾਂ ਨੇ ਇਹਦਾ ਚੰਗਾ ਕਿਹਾ ਕਿ ਤੇਰਾ ਯਾਨੀ ਕਿ ਇਹਦੇ ਨਾਲ ਕੰਮ ਸਰ ਸਕਦਾ। ਤੇ ਫਿਰ ਉਸ ਤੋਂ ਬਾਅਦ ਅਭਿਆਸ ਦੀ ਗੱਲ ਹੁੰਦੀ ਹੈ। ਮੈਂ ਹੋਰ ਬਹੁਤ ਪੜ੍ਹਿਆ, ਚੰਗੇ ਕਵੀ ਪੜ੍ਹੇ, ਹਿੰਦੀ ਦੇ ਕਵੀ ਪੜ੍ਹੇ ਤੇ ਬਾਹਰ ਵਿਸ਼ਵ ਦੀ ਚੰਗੀ ਕਵਿਤਾ ਪੜ੍ਹੀ, ਪਾਵਲੋ ਨਰੂਦਾ ਵਗੈਰਾ ਹਨਾ ਸਾਰੇ। ਫਿਰ ਤੁਹਾਨੂੰ ਪਤਾ ਲੱਗ ਜਾਂਦਾ ਸਟਰਕਚਰ ਕਿ ਤੁਸੀਂ ਆਪਣੀ ਗੱਲ ਇਹ 'ਚ ਬੜੀ ਆਸਾਨੀ ਨਾਲ ਤੇ ਵਧੀਆ ਤਰੀਕੇ ਨਾਲ ਕਹਿ ਸਕਦੇ ਹੋ। ਉਹ ਮੇਰੇ ਨੇੜੇ ਲੱਗੀ ਮੈਨੂੰ ਸਾਰਾ ਕੁਝ। ਐਕਚੁਅਲੀ ਫ੍ਰੀ ਵਰਸ ਕਵਿਤਾ ਵੀ ਲਿਖਦੇ ਨੂੰ ਮੈਨੂੰ ਕੋਈ ਬਹੁਤਾ ਟਾਈਮ ਨਹੀਂ ਹੋਇਆ, ਸਿਰਫ 7 ਸਾਲ ਦੇ ਕਰੀਬ ਹੋਏ। ਗੁਰਤੀ ਇਸ ਤਰ੍ਹਾਂ ਹੈ ਕਿ ਮੇਰੇ ਨਾ ਮਾਨਸਾ ਜਿਹੜਾ ਮੇਰਾ ਪਿੱਛੇ ਹੈ, ਉੱਥੇ ਵੀ ਮਾਹੌਲ ਹੁੰਦਾ ਸੀ ਕਵਿਤਾ ਦਾ। ਮੇਰੇ ਜਿਹੜੇ ਮੇਰੇ ਤੋਂ ਸੀਨੀਅਰ ਹੁੰਦੇ ਸੀ ਉੱਥੇ, ਜਿਵੇਂ ਦੇਵਨੀਤ ਹੋਇਆ, ਗੁਰਪ੍ਰੀਤ ਹੋਇਆ ਹਨਾ, ਤੇ ਇਸ ਤਰ੍ਹਾਂ ਹੋਰ ਕਵੀ ਸੀਗੇ ਉੱਥੇ। ਕਵਿਤਾ ਨਾਲ ਥੋੜਾ ਲਗਾਵ ਸੀਗਾ, ਮੈਂ ਪੜ੍ਹਦਾ ਹੁੰਦਾ ਸੀਗਾ। ਰਾਮ ਸਿੰਘ ਚਾਹਲ ਹੁੰਦੇ, ਮੈਂ ਉਹਨਾਂ ਕੋਲ ਜਾਂਦਾ ਹੁੰਦਾ, ਉਹਨਾਂ ਦੀ ਕਿਤਾਬਾਂ ਮੈਂ ਲੈ ਲੈਂਦਾ ਉਹਨਾਂ ਤੋਂ। ਪਰ ਮੇਰੇ ਬਹੁਤੇ ਉਸ ਟਾਈਮ ਸਮਝ ਨਹੀਂ ਲੱਗਦੀ ਸੀ ਹਨਾ। ਫਿਰ ਉਹ ਚੀਜ਼ ਮੈਨੂੰ ਕਾਫੀ ਕਈ ਸਾਲਾਂ ਬਾਅਦ ਜਾ ਕੇ, ਫਿਰ ਜਦੋਂ ਮੈਂ ਇਸ ਨਾਲ ਬਾਰੀਕੀ ਨਾਲ ਜੁੜਿਆ, ਫਿਰ ਮੈਨੂੰ ਉਦੋਂ ਸਮਝ ਲੱਗਣ ਲੱਗੀ ਇਹ। ਹੋਰ ਪੜ੍ਹਨ ਦਾ ਸ਼ੌਕ ਹੁੰਦਾ ਸੀ। ਫਿਰ ਜਦੋਂ ਪੜ੍ਹਨ ਤੋਂ ਤੁਸੀਂ ਗਾਂਹ ਵੀ ਜਾਣਦੇ ਹੋ ਹਨਾ, ਆਪਣੀ ਕੋਈ ਗੱਲ ਵੀ ਲੱਗਿਆ ਕਿ ਮੈਨੂੰ ਆਪਣੀ ਗੱਲ ਕਹਿਣੀ ਚਾਹੀਦੀ ਹੈ, ਤਾਂ ਫਿਰ ਉਹ ਹੌਲੀ ਹੌਲੀ ਫਿਰ ਯਾਨੀ ਕਿ ਮੈਨੂੰ ਉਸ ਵੱਲ ਚਲਾ ਗਿਆ ਮੈਂ ਉਸ ਪਾਸੇ। ਵਿਸ਼ੇ ਕਦੀ ਮਿੱਥ ਕੇ ਨਹੀਂ ਚੁਣੇ ਜਾਂਦੇ ਹਨਾ, ਕਿ ਮੈਂ ਆਹ ਵਿਸ਼ਾ ਲੈ ਕੇ ਮੈਂ ਆਹ ਕਵਿਤਾ ਹੈ। ਹੁਣ ਸਮਕਾਲ ਤੇ ਵੀ ਕਵਿਤਾਵਾਂ ਚੱਲ ਰਹੀਆਂ ਨੇ, ਲੋਕ ਬੜੇ ਲਿਖ ਰਹੇ ਨੇ। ਕਿਸਾਨੀ ਦੇਖੋ ਹੁਣ ਚੱਲੀ ਹੋਈ ਹੈ ਹਨਾ, ਕਿਸਾਨੀ ਦਾ ਲਹਿਰ ਚੱਲ ਰਹੀ ਹੈ, ਇਹ ਤੇ ਵੀ ਕਵਿਤਾ ਲਿਖਦੇ। ਬਸ ਮੇਰਾ ਇਹ ਮੋਟਿਵ ਹੁੰਦਾ ਜਿਵੇਂ ਕਿਸਾਨੀ ਤੇ ਮੈਂ ਕੋਈ ਕਵਿਤਾ ਲਿਖਣੀ ਹੈ, ਉਹ ਜ਼ਿਆਦਾ ਉਹ ਕਵਿਤਾ ਹੋਵੇ, ਉਹ 'ਚ ਨਜ਼ਮੀਅਤ ਹੋਵੇ, ਉਹ ਸ਼ੋਰੀਲੀ ਨਾ ਹੋਵੇ ਜ਼ਿਆਦਾ।
ਹਨਾ, ਵੀ ਕਿਤੇ ਐਵੇਂ ਲਾਊਡ ਹੋ ਜੇ, ਕਵਿਤਾ ਦੇ ਸਟਰਕਚਰ ਤੋਂ ਬਾਹਰ ਚੱਲ ਜੇ, ਫਿਰ ਉਹ ਮੈਨੂੰ ਲੱਗਦਾ ਹੁੰਦਾ ਕਿ ਉਹ ਕਵਿਤਾ ਨਹੀਂ ਹੁੰਦੀ, ਹਨਾ। ਵਿਸ਼ੇ ਪੱਖੋਂ ਕੋਈ ਵੀ ਤੁਹਾਨੂੰ ਟੁੰਬ ਸਕਦਾ ਕੋਈ ਬੱਚੇ ਦਾ। ਮੈਂ ਆਪਣੀ ਬੇਟੀ ਦੇ ਬਹੁਤ ਕਵਿਤਾਵਾਂ ਲਿਖੀਆਂ ਨੇ। ਮੈਂ ਜਦੋਂ ਵੀ ਮੈਨੂੰ ਉਹਦੀ ਕੋਈ ਛੋਟੀ ਛੋਟੀ ਹਰਕਤ ਤੋਂ ਲੱਗਦਾ, ਮੈਂ ਤੇ ਬੜੀਆਂ ਕਵਿਤਾਵਾਂ ਲਿਖੀਆਂ। ਇੱਕ ਕਿਤਾਬ ਪੂਰੀ ਉਹ 'ਤੇ ਹੋ ਜੂ। ਮੈਨੂੰ ਉਹਦੀਆਂ ਛੋਟੀਆਂ ਅਦਾਵਾਂ, ਛੋਟੀ ਉਹ ਗੱਲ ਕਰਦੀ ਹੈ, ਉਹ ਤੋਂ ਵੀ ਮੈਂ ਕਵਿਤਾਵਾਂ ਲਿਖੀਆਂ ਨੇ। ਕੁਛ ਵੀ ਤੁਹਾਨੂੰ ਟੁੰਬ ਸਕਦਾ। ਕੋਈ ਸਮਾਜ, ਕੋਈ ਇਹੋ ਜਿਹਾ ਵਰਤਾਰਾ ਹੋ ਰਿਹਾ ਜਿਹੜਾ ਅਣਮਨੁੱਖੀ ਹੋਵੇ, ਉਹ ਵੀ ਤੁਹਾਨੂੰ ਟੁੰਬਦਾ ਹੈ। ਤੁਹਾਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਹੈ। ਫਿਰ ਤੁਸੀਂ ਆਪਣੇ ਕੋਲ ਉਹ ਚੀਜ਼ ਰੱਖ ਨਹੀਂ ਸਕਦੇ, ਹੈ ਨਾ। ਤੁਸੀਂ ਕਿਸੇ ਦੇ ਡਾਂਗ ਤਾਂ ਮਾਰ ਨਹੀਂ ਸਕਦੇ। ਕਵੀ ਨੇ ਕੁਛ ਨਹੀਂ, ਕਵੀ ਨੇ ਸਿਰਫ ਆਪਣੀ ਗੱਲ ਕਹਿਣੀ ਹੁੰਦੀ ਹੈ, ਆਪਣੀ ਯਾਨੀ ਕਿ ਆਪਣਾ ਆਵਾਜ਼ ਉਠਾਉਣੀ ਹੁੰਦੀ ਹੈ। ਫਿਰ ਉਹ ਕਵਿਤਾ ਜ਼ਰੀਏ ਉਠਾਉਂਦਾ ਹੈ। ਕੋਈ ਵਾਰਤਕ ਲਿਖਦਾ ਹੈ, ਉਹ ਫਿਰ ਵਾਰਤਕ ਜ਼ਰੀਏ ਕੋਈ ਆਪਣੀ ਗੱਲ ਕਰਦਾ ਉਸ ਸਮਾਜ ਪ੍ਰਤੀ, ਜਿਹੜਾ ਉਹ ਅਣਮਨੁੱਖੀ ਵਿਹਾਰ ਹੁੰਦਾ ਸਮਾਜ ਦਾ। ਬਸ ਇਸ ਤਰ੍ਹਾਂ ਇਹ ਵਿਸ਼ੇ ਆਪਣੇ ਆਪ ਆ ਜਾਂਦੇ, ਤੁਹਾਨੂੰ ਦਿਖਦਾ ਜਾਂਦਾ। ਮੇਰਾ ਇੱਕ ਨਾ ਥੋੜ੍ਹਾ ਜਿਹਾ ਮੇਰਾ ਪਰਪਸ ਹੋਰ ਤਰ੍ਹਾਂ ਦਾ ਹੋ ਜਾਂਦਾ। ਜਿਵੇਂ ਕਵਿਤਾ ਨੂੰ ਇਸ ਤਰ੍ਹਾਂ ਮੈਂ ਲੈਣਾ, ਮੈਂ ਦੇਖਦਾ ਮੇਰੇ ਸਮਾਜ ਵੀ ਕੀ ਹੋ ਰਿਹਾ, ਸਾਰਾ ਕੁਛ ਉੱਥੋਂ ਮੇਰੇ ਅਨੁਭਵ 'ਚੋਂ ਜਿਹੜੀ ਚੀਜ਼ ਆਉਂਦੀ ਹੈ ਮੈਂ ਉਹ ਲੈਣਾ। ਮੈਨੂੰ ਐਂ ਲੱਗਦਾ ਹੁੰਦਾ ਕਿ ਜਿਹੜੀ ਤੁਹਾਡੀ ਅਨੁਭਵ ਤੋਂ ਚੀਜ਼ ਬਾਹਰਲੀ ਹੁੰਦੀ ਹੈ ਨਾ, ਉਹ ਤੁਹਾਨੂੰ ਕੋਈ ਵਧੀਆ, ਯਾਨੀ ਕਿ ਤੁਸੀਂ ਵਧੀਆ ਨਹੀਂ ਉਸ ਚੀਜ਼ 'ਤੇ ਲਿਖ ਸਕਦੇ, ਕਿਉਂਕਿ ਅਨੁਭਵ ਤੋਂ ਬਾਹਰਲੀ ਚੀਜ਼ ਤੁਸੀਂ ਉਧਾਰ ਹੀ ਲਈ ਹੁੰਦੀ ਹੈ। ਉਹ ਤੁਹਾਡੀ ਇੰਨੀ ਸਸ਼ਕਤ, ਯਾਨੀ ਕਿ ਉਹ ਚੀਜ਼ ਸਾਹਮਣੇ ਨਹੀਂ ਉੱਭਰ ਕੇ ਆਉਂਦੀ। ਮੇਰੀ 2014 'ਚ ਮੇਰੀ ਕਿਤਾਬ ਆਈ ਸੀ ਜਾਣਦੇ ਮੈਨੂੰ, ਅਤੇ ਉੱਥੋਂ ਮੇਰੀ ਫ੍ਰੀ ਵਰਸ ਦੀ ਜਿਹੜੀ ਪਹਿਲੀ ਕਵਿਤਾ ਹੈ ਉਹ ਕਿਤਾਬ ਉਹ ਆਈ ਸੀ। ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਮੇਰੀ ਇਉਂ ਵੀ ਦੇਖਣਾ ਹੈ 2018 'ਚ ਆਈ, ਅਤੇ 2019 'ਚ ਕੁਝ ਪਿਆਰੇ ਕੁਝ ਨਿਆਰੇ ਕਾਵਿ ਚਿੱਤਰਾਂ ਦੀ ਇੱਕ ਪੋਇਟਰੀ ਸਕੈਚਸ ਹੁੰਦੇ ਨੇ। ਕਿਸੇ 'ਤੇ ਆਪਾਂ ਸਕੈਚ ਲਿਖਦੇ ਹਾਂ ਪੋਇਟਰੀ 'ਚ, ਉਹ ਆਈ ਜੀ। ਅਤੇ ਅਨੁਵਾਦ ਦੀਆਂ ਕੁਛ 2017 'ਚ ਮੇਰੀ ਆਈ ਸੀਗੀ ਸਮੁੰਦਰ 'ਤੇ ਹੋ ਰਹੀ ਬਾਰਿਸ਼। ਹਿੰਦੀ ਦੇ ਬਹੁਤ ਵਧੀਆ ਵੱਡੇ ਕਵੀ ਨੇ ਨਰੇਸ਼ ਸਕਸੇਨਾ ਜੀ, ਉਹਨਾਂ ਦੀ ਕਿਤਾਬ ਸੀਗੀ। ਅਤੇ ਉਸ ਤੋਂ ਬਾਅਦ ਰਾਮ ਕੁਮਾਰ ਤਿਵਾੜੀ ਦੀ ਕਿਤਾਬ ਆਈ 2019 ਦੇ ਵਿੱਚ, ਉਹ ਆਈ ਸੀਗੀ ਅਸਮਾਨ ਨੂੰ ਸੂਰਜ ਯਾਦ ਨਹੀਂ। ਉਹ ਵੀ ਅਨੁਵਾਦਿਤ, ਯਾਨੀ ਕਿ ਉਹ ਸੀਗੀ। ਅਨੁਵਾਦ ਦੇ ਜ਼ਰੀਏ ਤੁਸੀਂ ਸਿੱਖਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਕਿ ਗੱਲ ਕਿੱਥੇ ਖੜੀ ਹੈ। ਕਵਿਤਾ 'ਚ ਤੁਸੀਂ ਹੋਰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਗੱਲ ਕਹਿ ਸਕਦੇ ਹੋ, ਕਿੱਥੇ ਲੋਕਾਂ ਦੀ ਉਡਾਨ ਪਈ ਆ। ਬਸ ਇਹ ਹੁੰਦਾ ਅਨੁਵਾਦ 'ਚ ਜੀ। ਚਲੋ ਮੈਂ ਇੱਕ ਤੁਹਾਨੂੰ ਧੀ ਕਵਿਤਾ ਸੁਣਾ ਦਾਂ ਤੁਹਾਡੀ, ਉਹ ਮੇਰੇ ਅਨੁਭਵ 'ਚੋਂ ਜਿਹੜੀ ਚੀਜ਼ ਹੈ ਨਾ। ਧੀਏ, ਤੇਰੇ ਆਉਣ ਨਾਲ ਮੇਰਾ ਵੀ ਇੱਕ ਨਵਾਂ ਜਨਮ ਹੋਇਆ ਇੱਕ ਪਿਤਾ ਦਾ। ਤੇਰੇ ਆਉਣ ਕਰਕੇ ਹੀ ਮੈਂ ਜਾਣਿਆ ਇੱਕ ਬੱਚਾ ਵੀ ਸਿਰਜਕ ਹੋ ਸਕਦਾ ਰੱਬ ਵਾਂਗਰਾਂ। ਤੇਰੇ ਆਉਣ ਕਰਕੇ ਹੀ ਮੈਂ ਜਾਣਿਆ ਇੱਕ ਬੱਚਾ ਵੀ ਸਿਰਜਕ ਹੋ ਸਕਦਾ ਰੱਬ ਵਾਂਗਰਾਂ। ਆਉਣ ਸਾਰ ਹੀ ਸਿਰਜ ਦਿੱਤੇ ਤੂੰ ਕਿੰਨੇ ਰਿਸ਼ਤੇ, ਭੂਆ, ਫੁੱਫੜ, ਮਾਸੀ, ਮਾਸੜ, ਚਾਚੇ। ਤੂੰ ਬਣਾਇਆ ਮੈਨੂੰ ਵਧੀਆ ਪੁੱਤ, ਸਮਝ ਸਕਿਆ ਆਪਣੇ ਮਾਪਿਆਂ ਦੀ ਪੀੜਾ ਇੱਕ ਪਿਤਾ ਬਣ ਕੇ। ਤੈਥੋਂ ਹੀ ਜਾਣਿਆ ਮੈਂ ਦੁਨੀਆ ਦੇ ਡਰਾਂ, ਹੰਝੂਆਂ ਦੇ ਜ਼ੋਰ ਤੇ ਅੱਗ ਦੀ ਭਿਆਨਕਤਾ ਬਾਰੇ। ਤੈਥੋਂ ਹੀ ਜਾਣਿਆ ਮੈਂ ਦੁਨੀਆ ਦੇ ਡਰਾਂ, ਹੰਝੂਆਂ ਦੇ ਜ਼ੋਰ ਤੇ ਅੱਗ ਦੀ ਭਿਆਨਕਤਾ ਬਾਰੇ। ਬਹੁਤ ਦੇਰ ਬਾਅਦ ਚੇਤੇ ਆਇਆ ਕਿ ਬੱਚਿਆਂ ਦਾ ਤਾਂ ਜੰਗਲ ਵੀ ਭਿਆਨਕ ਨਹੀਂ ਹੁੰਦਾ। ਬਹੁਤ ਦੇਰ ਬਾਅਦ ਚੇਤੇ ਆਇਆ ਕਿ ਬੱਚਿਆਂ ਦਾ ਤਾਂ ਜੰਗਲ ਵੀ ਭਿਆਨਕ ਨਹੀਂ ਹੁੰਦਾ। ਸੁਣਾਉਣ ਲੱਗਾ ਜਦ ਤੈਨੂੰ ਚੂਹੇ ਸ਼ੇਰ ਦੀ ਕਥਾ। ਤੇਰੇ ਨਿੱਕੇ ਜਿਹੇ ਕਰਕੇ ਹੀ ਮੇਰਾ ਨਜ਼ਰੀਆ ਵੱਡਾ ਹੋਇਆ। ਪਹਿਲੀ ਵਾਰ ਮੈਂ ਬੁਰਾ ਮਨਾਇਆ ਖਤਮ ਹੋ ਰਹੀਆਂ ਚਿੜੀਆਂ ਦਾ। ਜੀ ਸ਼ੁਕਰੀਆ। ਹਾਂਜੀ, ਮੈਂ ਇੱਕ ਛੋਟੀ ਜਿਹੀ ਕਵਿਤਾ ਮੇਰੀ ਬੜੀ ਮਕਬੂਲ ਹੋਈ ਸੀ, ਮਾਂ ਦੀ ਸਿਆਣਪ। ਮਾਂ ਅੰਤਾਂ ਦੀ ਸਿਆਣੀ, ਉਹ ਭਲਾ ਵੀ ਕਰਦੀ, ਉਹਨੂੰ ਗੱਲ ਵੀ ਰੱਖਣੀ ਆਉਂਦੀ। ਮਾਂ ਅੰਤਾਂ ਦੀ ਸਿਆਣੀ, ਉਹ ਭਲਾ ਵੀ ਕਰਦੀ, ਉਹਨੂੰ ਗੱਲ ਵੀ ਰੱਖਣੀ ਆਉਂਦੀ। ਪੁੱਛੇ ਮਾਂ ਵੇ ਪੁੱਤ ਕਿੰਨੀਆਂ ਰੋਟੀਆਂ ਖਾਣੀਆਂ। ਮੈਂ ਦੱਸਾਂ ਬਸ ਦੋ ਹੀ। ਵੇ ਪੁੱਤ ਵੱਧ ਖਾ ਲੈ ਕਵੇਲੇ ਆਵੇਂਗਾ। ਨਹੀਂ ਮਾਂ, ਦੋ ਹੀ ਕਾਫੀ ਨੇ। ਵੇ ਪੁੱਤ ਵੱਧ ਖਾ ਲੈ ਕਵੇਲੇ ਆਵੇਂਗਾ। ਨਹੀਂ ਮਾਂ, ਦੋ ਹੀ ਕਾਫੀ ਨੇ। ਮਾਂ ਦੋ ਹੀ ਰੋਟੀਆਂ ਪਕਾਉਂਦੀ ਪਰ ਮੋਟੀਆਂ। ਇੱਕ ਮੇਰੀ ਆਹ ਕਵਿਤਾ ਵੀ ਕਾਫੀ ਮਕਬੂਲ ਹੋਈ ਸੀ, ਅਤੇ ਇਹ ਵੀ ਮੇਰੇ ਕਾਫੀ ਦਿਲ ਦੇ ਕਲੋਜ਼ ਹੈ।
ਜੀ। ਦੁੱਖਾਂ ਦੇ ਪਹਾੜ ਵੀ ਮਾਂ ਬਾਰੇ ਮੇਰੀ ਪਹਿਲੀ ਕਿਤਾਬ 'ਚ ਸੀ। ਮਾਂ ਖੁਸ਼ ਸੀ, ਉਸਦੇ ਪੁੱਤ ਦਾ ਘਰ ਬਣ ਰਿਹਾ। ਮਾਂ ਖੁਸ਼ ਸੀ, ਉਸਦੇ ਪੁੱਤ ਦਾ ਘਰ ਬਣ ਰਿਹਾ। ਬਹੁਤ ਦੁੱਖਾਂ ਦੇ ਪਹਾੜ ਚੁੱਕੇ ਉਸ ਬੱਚਿਆਂ ਨੂੰ ਪਾਲਣ ਲਈ। ਮਾਂ ਖੁਸ਼ ਸੀ, ਉਸਦੇ ਪੁੱਤ ਦਾ ਘਰ ਬਣ ਰਿਹਾ। ਬਹੁਤ ਦੁੱਖਾਂ ਦੇ ਪਹਾੜ ਚੁੱਕੇ ਉਸ ਬੱਚਿਆਂ ਨੂੰ ਪਾਲਣ ਲਈ। ਫਰਸ਼ ਲਾਉਣ ਲੱਗਿਆ ਪੁੱਛਿਆ, ਮਾਂ ਕਿਹੋ ਜਿਹਾ ਪੱਥਰ ਲਾਈਏ? ਫਰਸ਼ ਲਾਉਣ ਲੱਗਿਆ ਪੁੱਛਿਆ, ਮਾਂ ਕਿਹੋ ਜਿਹਾ ਪੱਥਰ ਲਾਈਏ? ਪੁੱਤ ਤੁਹਾਨੂੰ ਵੱਧ ਪਤਾ ਹੈ ਅੱਜ ਕੱਲ੍ਹ ਦੇ ਮੁੰਡਿਆਂ ਨੂੰ। ਪੁੱਤ ਤੁਹਾਨੂੰ ਵੱਧ ਪਤਾ ਹੈ ਅੱਜ ਕੱਲ੍ਹ ਦੇ ਮੁੰਡਿਆਂ ਨੂੰ। ਖੁਸ਼ ਸੀ ਮਾਂ ਪੁੱਤ ਦਾ ਸੋਹਣਾ ਘਰ ਦੇਖ ਕੇ। ਖੁਸ਼ ਸੀ ਮਾਂ ਪੁੱਤ ਦਾ ਸੋਹਣਾ ਘਰ ਦੇਖ ਕੇ, ਥੱਲੇ ਸੋਹਣਾ ਪੱਥਰ ਲੱਗਿਆ ਦੇਖ ਕੇ। ਖੁਸ਼ ਸੀ ਮਾਂ ਪੁੱਤ ਦਾ ਸੋਹਣਾ ਘਰ ਦੇਖ ਕੇ, ਥੱਲੇ ਸੋਹਣਾ ਪੱਥਰ ਲੱਗਿਆ ਦੇਖ ਕੇ। ਉਸਨੂੰ ਲੱਗਾ ਜਿਵੇਂ ਉਸਨੇ ਸਿਰ ਤੇ ਚੁੱਕੇ ਦੁੱਖਾਂ ਦੇ ਪਹਾੜ ਹੁਣ ਪੈਰਾਂ ਥੱਲੇ ਕਰ ਲਏ। ਇਹ ਮੇਰੀ ਹੁਣ ਕਿਤੇ ਪਿੱਛੇ ਜਿਹੇ ਇੱਕ ਮੈਗਜ਼ੀਨ 'ਚ ਕਵਿਤਾਵਾਂ ਛਪੀਆਂ ਸੀ ਜੀ। ਅਰਥ। ਤੂੰ ਮਿਲਣ ਆਉਂਦਾ, ਤੇਰੇ ਨਾਲ ਗੱਲਾਂ ਕਰਦੀ ਦੀ ਕਿਹੀ ਭੁੱਖ ਹੁੰਦੀ। ਤੂੰ ਮਿਲਣ ਆਉਂਦਾ, ਤੇਰੇ ਨਾਲ ਗੱਲਾਂ ਕਰਦੀ ਦੀ ਕਿਹੀ ਭੁੱਖ ਹੁੰਦੀ। ਮੂੰਹ ਬੰਦ ਹੀ ਨਹੀਂ ਸੀ ਹੁੰਦਾ। ਕੋਸੇ ਕੋਸੇ ਚਾਹ ਦੇ ਘੁੱਟ, ਕੋਸੇ ਕੋਸੇ ਚਾਹ ਦੇ ਘੁੱਟ ਨਾਲ ਚੁਸਕੀਆਂ ਨੇ ਹੁਣ। ਕੋਸੇ ਕੋਸੇ ਚਾਹ ਦੇ ਘੁੱਟ ਨਾਲ ਚੁਸਕੀਆਂ ਨੇ ਹੁਣ। ਚੁੰਮਣ ਸੀ ਲੱਗਦੇ ਕਦੇ, ਰਿਸ਼ਤਿਆਂ ਦੇ ਚੀਜ਼ਾਂ ਦੇ ਸਭ ਅਰਥ ਬਦਲ ਗਏ। ਰਿਸ਼ਤਿਆਂ ਦੇ ਚੀਜ਼ਾਂ ਦੇ ਸਭ ਅਰਥ ਬਦਲ ਗਏ। ਉਦੋਂ ਨਾਲ ਬੈਠਣਾ, ਨਾਲ ਖੜੇ ਹੋਣਾ ਹੁੰਦਾ ਸੀ। ਉਦੋਂ ਨਾਲ ਬੈਠਣਾ, ਨਾਲ ਖੜੇ ਹੋਣਾ ਹੁੰਦਾ ਸੀ। ਹੁਣ ਬੈਠਣਾ ਸਿਰਫ ਬੈਠਣਾ ਹੈ। 4 ਸਾਲ ਬਾਅਦ, 4 ਸਾਲ ਮੈਨੂੰ ਲੱਗਦਾ ਹੈ ਕਿ ਕਵਿਤਾ ਦੀ ਕਿਤਾਬਾਂ ਨੂੰ ਲੱਗ ਜਾਂਦੇ ਆ 4 ਸਾਲ। 4 ਸਾਲ 2018 'ਚ ਮੇਰੀ ਇਉਂ ਵੀ ਦੇਖਣਾ ਕਿਤਾਬ ਆਈ ਸੀਗੀ। ਇਹ ਕਿਤਾਬ ਨੂੰ ਬੜਾ ਯਾਨੀ ਕਿ ਮੁਹੱਬਤ ਮਿਲੀ। ਬੜੇ ਲੋਕਾਂ ਨੇ, ਹੁਣ ਵੀ ਲੋਕ ਮੰਗਵਾ ਪੜ੍ਹਦੇ ਨੇ। ਅਤੇ ਇਹ ਲੋਕ ਨੂੰ ਇਹ ਕਿਤਾਬ ਮੈਨੂੰ ਖੁਦ ਹੀ ਪਸੰਦ ਹੈ ਅਤੇ ਲੋਕਾਂ ਦੁਆਰਾ ਵੀ ਕਾਫੀ, ਕਿਉਂਕਿ ਤੁਸੀਂ ਮੈਚੋਰ ਹੋ ਜਾਂਦੇ, ਤੁਸੀਂ ਯਾਨੀ ਕਿ ਤੁਹਾਡੇ ਵਿਦਾ ਸਸ਼ਕਤ ਹੋ ਜਾਂਦੀ ਹੈ, ਤੁਹਾਡਾ ਸ਼ਿਲਪ ਸਟਰੋਂਗ ਹੋ ਜਾਂਦਾ ਅਤੇ ਤੁਹਾਨੂੰ ਚੀਜ਼ਾਂ ਦਾ ਤੁਹਾਡਾ ਕਹਿਣ ਦਾ ਅਨੁਭਵ ਤੁਹਾਡਾ ਵੱਡਾ ਹੋ ਜਾਂਦਾ ਹੈ, ਫਰਕ ਪੈਂਦਾ ਜਾਂਦਾ। ਹੋ ਸਕਦਾ ਜਿਹੜੀ ਅਗਲੀ ਕਿਤਾਬ ਆਊ ਫਿਰ ਉਹਦਾ ਅਲੱਗ ਤਰ੍ਹਾਂ ਦਾ। ਇਹ 'ਚ ਮੇਰੇ ਨਾ ਅਲੱਗ-ਅਲੱਗ ਵਿਸ਼ੇ ਨੇ। ਪਿੱਛੋਂ ਤਾਂ ਮੈਂ ਜਿਹੜੀ ਚੀਜ਼ ਆ ਉਹ ਉਸ ਕਿਤਾਬ ਤੱਕ ਹੀ ਖਤਮ ਕਰ ਦਿੰਦਾ ਹਾਂ। 2000 ਮੰਨ ਲਓ 14 ਤੋਂ ਲੈ ਕੇ 14 ਤੋਂ ਪਹਿਲਾਂ ਵਾਲਾ ਮੈਂ ਦੁਬਾਰਾ ਨਹੀਂ ਫਿਰ ਉਹ ਸ਼ੁਰੂ ਕੀਤਾ ਹੈ ਨਾ। ਅਤੇ ਜਿਹੜੀ ਇਹ ਮੇਰੀ ਕਿਤਾਬ ਆਈ ਹੈ ਇਹ 'ਚ ਮੇਰੀ ਮਾਂ ਬਾਰੇ ਵੀ ਕਵਿਤਾ ਹੈਗੀ ਹੈ, ਇੱਕ ਪਿਤਾ ਬਾਰੇ ਵੀ ਕਵਿਤਾ ਹੈਗੀ ਆ, ਅਤੇ ਮੇਰੀ ਬੇਟੀ ਬਾਰੇ, ਕਿਉਂਕਿ 2016 'ਚ ਮੇਰੀ ਬੇਟੀ ਹੋਈ ਸੀਗੀ ਅਤੇ ਫਿਰ ਉਹ ਬੇਟੀ ਬਾਰੇ ਬਹੁਤ ਕਵਿਤਾਵਾਂ ਨੇ। ਅਤੇ ਫਿਰ ਮੇਰੇ ਘਰ ਬਾਰੇ ਬਹੁਤ ਕਵਿਤਾਵਾਂ ਨੇ। ਰੋਮਾਂਟਿਕ ਕਵਿਤਾਵਾਂ ਵੀ ਹੈਗੀਆਂ ਨੇ। ਉਹ ਹੋਰ ਤਰ੍ਹਾਂ ਜਿਹੜੀਆਂ ਉਹ ਚੀਜ਼ਾਂ ਫੜ ਨਹੀਂ ਸਕਿਆ ਸੀਗਾ ਹੈ ਨਾ 2014 'ਚ ਮੈਥੋਂ ਫੜੀਆਂ ਨਹੀਂ ਗਈਆਂ। ਉਹ ਫਿਰ ਮੈਨੂੰ ਲੱਗਿਆ ਕਿ ਮੈਂ ਉਹ ਵੀ ਮੈਥੋਂ ਫੜੀਆਂ ਗਈਆਂ ਮੈਨੂੰ ਹੈ ਨਾ। ਇੱਕ ਤੁਸੀਂ ਸਟਰੋਂਗ ਇਮੈਜੀਨੇਸ਼ਨ ਹੁੰਦੀ ਹੈ ਤੁਹਾਡੀ, ਉਹ ਵੀ ਸਾਹਮਣੇ ਆਈਆਂ। ਸਮਾਜਿਕ ਤੌਰ 'ਤੇ ਵੀ ਕਵਿਤਾਵਾਂ ਸਾਹਮਣੇ ਆਈਆਂ। ਕੁਛ ਪ੍ਰਤੀਰੋਧ ਦੀਆਂ ਕਵਿਤਾਵਾਂ ਵੀ ਆਈਆਂ ਇਹ 'ਚ। ਤੁਸੀਂ ਸਮਾਜ ਪ੍ਰਤੀ, ਰਾਜਨੀਤਿਕ ਪ੍ਰਤੀਰੋਧ ਤੁਹਾਡਾ ਹੈਗਾ ਉਹਦੇ ਪ੍ਰਤੀ ਵੀ ਇੱਕ ਸੰਸਦ ਕਵਿਤਾ ਮੈਂ ਲਿਖੀ ਸੀ, ਮੇਰੀ ਕਾਫੀ ਪਸੰਦ ਕੀਤੀ। ਉਹ ਵੀ ਹੈ। ਵਿਸ਼ਿਆਂ ਦਾ ਵਿਸਥਾਰ ਹੋ ਜਾਂਦਾ। ਤੁਸੀਂ ਨਿੱਜ ਤੋਂ ਫਿਰ ਪਰ ਵੱਲ ਵੀ ਜਾਂਦੇ ਹੋ, ਫਿਰ ਤੁਸੀਂ ਹੋਰ ਚੀਜ਼ ਨੂੰ ਬਰੀਕੀ ਨਾਲ ਦੇਖਦੇ ਹੋ, ਸਮਾਜ ਨੂੰ ਦੇਖਦੇ ਹੋ, ਰਾਜਨੀਤੀ ਦੇਖਦੇ ਹੋ, ਰਾਜਨੀਤੀ ਦੇ ਕੰਧਲਾਪਨ ਦੇਖਦੇ ਹੋ। ਫਿਰ ਉਸ ਤਰ੍ਹਾਂ ਦੇ ਵੀ ਸਾਰੇ ਲਗਭਗ ਸਾਰੇ ਵਿਸ਼ੇ ਯਾਨੀ ਕਿ ਫਿਰ ਆ ਗਏ। ਇਹ ਕਵੀ ਦਾ ਲੇਖਕ ਦਾ, ਹਰ ਬੰਦੇ ਦਾ ਇਹ ਫਰਜ਼ ਹੈ ਕਿ ਉਹ ਜਿਹੜਾ ਸਮਾਜ ਵਿੱਚ ਹੋ ਰਿਹਾ ਯਾਨੀ ਕਿ ਸਮਾਜ ਵਾਪਰ ਰਿਹਾ, ਉਹ ਜਿਵੇਂ ਕੋਈ ਮਾੜਾ ਵਾਪਰ ਰਿਹਾ ਉਹਦਾ ਵਿਰੋਧ ਕਰਨਾ, ਉਹਦਾ ਪ੍ਰਤੀਰੋਧ ਕਰਨਾ, ਯਾਨੀ ਕਿ ਉਹਦਾ ਜ਼ਰੂਰ ਇੱਕ ਉਹ ਹੈ, ਉਹਨੂੰ ਕਰਨਾ ਚਾਹੀਦਾ। ਉਹਦਾ ਯਾਨੀ ਕਿ ਨਾ ਇੱਕ ਉਹ ਹੈ ਫਰਜ਼ ਉਹਦਾ ਕਰਨਾ ਚਾਹੀਦਾ ਉਹਨੂੰ। ਅਤੇ ਉਸ ਤਰ੍ਹਾਂ ਦੀ ਮੈਂ ਕਈ ਕਵਿਤਾਵਾਂ ਲਿਖੀਆਂ ਨੇ। ਜਿਹੜਾ ਮੈਨੂੰ ਗੱਲ ਲੱਗੀ ਕਿ ਇਹ ਬਹੁਤ ਜ਼ਿਆਦਾ ਅਣਮਨੁੱਖੀ ਹੈ, ਇਹ ਸਮਾਜ ਜੋ ਕੁਛ ਹੋ ਰਿਹਾ ਇਹ ਨਹੀਂ ਚੰਗਾ ਹੁੰਦਾ। ਹੁਣ ਕਿਸਾਨੀ 'ਤੇ ਵੀ ਕਾਫੀ ਕਵਿਤਾਵਾਂ ਲਿਖੀਆਂ ਨੇ ਕਿ ਜੋ ਕੁਛ ਹੁਣ ਸੱਤਾ ਕਰ ਰਹੀ ਹੈ ਉਹ ਬਹੁਤ ਮਾੜਾ ਕਰ ਰਹੀ ਹੈ। ਕਿਵੇਂ ਕਾਰਪੋਰੇਟਾਂ ਨੂੰ ਕਿਵੇਂ ਉਹ ਫਾਇਦਾ ਪਹੁੰਚਾ ਰਹੇ ਨੇ ਅਤੇ ਕਿਵੇਂ ਰਾਜਨੀਤੀਕਰਨ ਕਰ ਰਹੇ ਨੇ ਕਿਸ ਚੀਜ਼ ਦਾ, ਸਾਰਾ ਕੁਛ ਫਿਰ ਉਹ ਤੁਹਾਡਾ ਸਮਾਜ ਉਹ ਤੁਹਾਡਾ ਜ਼ਰੂਰੀ ਹੋ ਜਾਂਦਾ। ਜਾਣੀ ਸਕਾਂਗੇ ਸੰਨ 84 ਜੀ। ਆਦ ਮਾਨਵ ਥੋੜ੍ਹਾ ਸਿਆਣਾ ਹੋ ਚੁੱਕਾ ਸੀ। ਆਦ ਮਾਨਵ ਥੋੜ੍ਹਾ ਸਿਆਣਾ ਹੋ ਚੁੱਕਾ ਸੀ। ਉਸ ਪਹਿਲਾਂ ਅੱਗ ਦੀ ਖੋਜ ਕੀਤੀ। ਉਸ ਪਹਿਲਾਂ ਅੱਗ ਦੀ ਖੋਜ ਕੀਤੀ, ਫਿਰ ਪਹੀਆ ਬਣਾਇਆ।
ਆਦਿ ਮਾਨਵ ਥੋੜਾ ਸਿਆਣਾ ਹੋ ਚੁੱਕਾ ਸੀ, ਉਸ ਪਹਿਲਾਂ ਅੱਗ ਦੀ ਖੋਜ ਕੀਤੀ, ਫਿਰ ਪਹੀਆ ਬਣਾਇਆ। ਅਜੋਕਾ ਬੰਦਾ ਆਦਿ ਮਾਨਵ ਤੋਂ ਪਿਛਾਂ ਜੰਗਲੀ ਬਾਂਦਰ ਵੱਲ ਪਰਤ ਗਿਆ। ਅਜੋਕਾ ਬੰਦਾ ਆਦਿ ਮਾਨਵ ਤੋਂ ਪਿਛਾਂ ਜੰਗਲੀ ਬਾਂਦਰ ਵੱਲ ਪਰਤ ਗਿਆ। ਉਸ ਪਹੀਏ ਨੂੰ ਅੱਗ ਲਗਾ ਦਿੱਤੀ, ਬੰਦੇ ਸਮੇਤ। ਨਰੇਸ਼ ਸਕਸੇਨਾ ਨੂੰ ਮੈਂ ਸਮੁੰਦਰ ਤੇ ਹੋ ਰਹੀ ਬਾਰਿਸ਼, ਇਹ ਮੈਂ ਕਿਤਾਬ ਸਾਰਿਆਂ ਨਾਲੋਂ ਪਹਿਲਾਂ ਮੈਂ ਅਨੁਵਾਦ ਕੀਤੀ ਸੀ, ਮੇਰਾ ਪਹਿਲਾ ਅਨੁਭਵ ਸੀਗਾ ਜੀ। ਪਰ ਕਿਉਂਕਿ ਮੇਰੀ ਕਿਤਾਬ ਆ ਚੁੱਕੀ ਸੀ ਪਹਿਲਾਂ ਇੱਕ ਜਾਣਦੇ ਮੈਨੂੰ, ਜੀ। ਤਾਂ ਇਹ ਤਾਂ ਮੈਨੂੰ ਇੱਕ ਸਟਰਕਚਰ ਦਾ ਸਮਝ ਲੱਗ ਗਿਆ ਸੀਗਾ। ਤੇ ਇਹ ਕਿਤਾਬ ਮੈਨੂੰ ਬੜੀ ਟੁੰਬੀ ਜਦੋਂ ਮੈਂ ਨਰੇਸ਼ ਸਕਸੇਨਾ ਪੜ੍ਹਿਆ ਕਿ ਯਾਰ ਇਹ ਤਾਂ ਅਲੱਗ ਤਰ੍ਹਾਂ ਦੇ ਵਿਸ਼ੇ ਨੇ, ਦੇ ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਨਾ। ਤੇ ਫਿਰ ਮੇਰਾ ਮਨ ਸੀਗਾ ਕਿ ਉਦੋਂ ਮੈਂ ਆਸ-ਪਾਸ ਮੈਨੂੰ ਪਤਾ ਸੀ ਕਿ ਬਹੁਤੇ ਲੋਕਾਂ ਨੇ ਇਹਨੂੰ ਉਸ ਟਾਈਮ ਪੜ੍ਹਿਆ ਵੀ ਨਹੀਂ ਸੀਗਾ ਨਰੇਸ਼ ਸਕਸੇਨਾ ਨੂੰ, ਕਿਉਂਕਿ ਬੜਾ ਕੁਛ ਹੋਰ ਹੁੰਦਾ ਪੜ੍ਹਨ ਵਾਸਤੇ। ਤੇ ਜਦੋਂ ਫਿਰ ਮੇਰੀ ਕਿਤਾਬ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ। ਇੱਕ ਅਕਾਲ ਯੂਨੀਵਰਸਿਟੀ 'ਚ ਵੀ ਲੱਗੀ ਹੋਈ ਹੈ ਤੇ ਇੱਕ ਹੋਰ ਯੂਨੀਵਰਸਿਟੀ 'ਚ ਹੁਣ ਲੱਗਣ ਦੀ ਇਹਦੀ ਤਿਆਰੀ ਹੈ। ਤੇ ਇਹ ਬੜੀ ਲੋਕਾਂ ਨੇ ਪਸੰਦ ਕੀਤੀ। ਇਹ ਸਾਨੂੰ ਬੜੀ ਕਲਪਨਾ ਵੀ ਹੈ ਤੇ ਇਹ 'ਚ ਪ੍ਰਮਾਣਿਕ ਹੈ, ਪ੍ਰਮਾਣਿਕ ਅਨੁਭਵ ਦੀ ਜਿਹੜੀ ਕਵਿਤਾ ਹੈ 'ਚ ਹੈ ਨਾ, ਉਹ ਤੁਹਾਨੂੰ ਟੁੰਬਦੀ ਹੈ। ਥੋੜਾ ਇਹਦਾ ਸਟਰਕਚਰ ਹੈ ਸਿੱਧਾ, ਉਹ ਯਾਨੀ ਕਿ ਤੁਹਾਨੂੰ ਤੁਹਾਡੇ ਦਿਲ ਤੇ ਲੱਗਦਾ, ਤੁਹਾਨੂੰ ਨਾ ਕੋਈ ਬਹੁਤਾ ਜ਼ਿਆਦਾ ਯਾਨੀ ਕਿ ਉਹ ਨਹੀਂ, ਕਵਿਤਾ ਜ਼ਰੂਰ ਬਣਦੀ ਆ ਪਰ ਯਾਨੀ ਹਲਕਾ, ਇੱਕ ਨਾ ਹਲਕਾਪਨ ਹੈ ਤੇ ਨਾ ਹੀ ਇੰਨਾ ਬੋਝਲ ਹੈ ਕਿ ਪਾਠਕ ਤੋਂ ਦੂਰ ਚਲਾ ਜਾਵੇ, ਕਿਉਂਕਿ ਇਹ ਪਾਠਕ ਨੇ ਤਾਂ ਹੀ ਉਹਨੂੰ ਬਹੁਤ ਪਸੰਦ ਕੀਤਾ। ਪੰਜਾਬੀ ਮਨ ਮਸਤਕ ਦੇ ਬਹੁਤ ਨੇੜੇ ਜਾਂਦੀ ਹੈ ਇਸ ਤਰ੍ਹਾਂ ਦੀ ਕਵਿਤਾ, ਸਿੱਧੇ ਨੂੰ ਉਹ ਕਰਦੀ ਹੈ। ਮੈਂ ਤੁਹਾਨੂੰ ਇੱਕ ਦੋ ਕਵਿਤਾਵਾਂ 'ਚ ਸੁਣਾਊਂਗਾ, ਤੁਹਾਨੂੰ ਲੱਗੇਗਾ ਕਿ ਹਾਂ ਵੀ ਵਾਕਈ ਕੁਛ ਇਹ 'ਚ ਹੈਗਾ ਨਾ। ਕਵਿਤਾ ਜੀ, ਚੰਗੇ ਬੱਚੇ। ਕੁਝ ਬੱਚੇ ਬਹੁਤ ਚੰਗੇ ਹੁੰਦੇ ਹਨ, ਕੁਝ ਬੱਚੇ ਬਹੁਤ ਚੰਗੇ ਹੁੰਦੇ ਹਨ। ਉਹ ਗੇਂਦ ਅਤੇ ਗੁਬਾਰੇ ਨਹੀਂ ਮੰਗਦੇ, ਉਹ ਗੇਂਦ ਤੇ ਗੁਬਾਰੇ ਨਹੀਂ ਮੰਗਦੇ, ਮਿਠਾਈ ਨਹੀਂ ਮੰਗਦੇ, ਜ਼ਿੱਦ ਨਹੀਂ ਕਰਦੇ ਅਤੇ ਚਾਂਬਲ ਦੇ ਤਾਂ ਹੈ ਹੀ ਨਹੀਂ। ਕੁਝ ਬੱਚੇ ਬਹੁਤ ਚੰਗੇ ਹੁੰਦੇ ਹਨ, ਉਹ ਗੇਂਦ ਤੇ ਗੁਬਾਰੇ ਨਹੀਂ ਮੰਗਦੇ, ਮਿਠਾਈ ਨਹੀਂ ਮੰਗਦੇ, ਜ਼ਿੱਦ ਨਹੀਂ ਕਰਦੇ ਤੇ ਚਾਂਬਲ ਦੇ ਤਾਂ ਹੈ ਹੀ ਨਹੀਂ। ਵੱਡਿਆਂ ਦਾ ਕਹਿਣਾ ਮੰਨਦੇ ਹਨ, ਉਹ ਛੋਟਿਆਂ ਦਾ ਵੀ ਕਹਿਣਾ ਮੰਨਦੇ ਹਨ। ਇੰਨੇ ਚੰਗੇ ਬੱਚਿਆਂ ਦੀ ਤਲਾਸ਼ ਵਿੱਚ ਰਹਿੰਦੇ ਹਾਂ ਅਸੀਂ, ਤੇ ਮਿਲਦੇ ਹੀ ਉਹਨਾਂ ਨੂੰ ਲੈ ਆਉਂਦੇ ਹਾਂ ਘਰ, ਅਕਸਰ 1000 ਰੁਪਇਆ ਮਹੀਨੇ ਅਤੇ ਖਾਣੇ 'ਤੇ। ਅਸੀਂ 1000 ਰੁਪਏ ਤੇ ਮਹੀਨੇ ਰੋਟੀ 'ਤੇ ਉਹਨਾਂ ਨੂੰ ਲੈ ਆਉਂਦੇ ਹਾਂ। ਇਸ ਤਰ੍ਹਾਂ ਦੀ ਸੰਵੇਦਨਾ, ਜਿਵੇਂ ਬਾਲ ਮਜ਼ਦੂਰੀ ਹੈ ਜਿਹੜੀ ਆਪਾਂ ਬੱਚਿਆਂ ਤੋਂ ਕਰਵਾਉਣੇ ਆ, ਹਾਲਾਂਕਿ ਉਹਨਾਂ ਦਾ ਜਿਹੜਾ ਵਕਤ ਹੁੰਦਾ ਉਹ ਪੜ੍ਹਨ ਦਾ ਹੁੰਦਾ, ਪੜ੍ਹਨ ਲਿਖਣ ਦਾ ਹੁੰਦਾ, ਅੱਗੇ ਸਮਾਜ 'ਚ ਵਧੀਆ ਇਨਸਾਨ ਬਣਦਾ ਹੁੰਦਾ। ਉਹ ਇਸ ਤਰ੍ਹਾਂ ਦੀਆਂ ਕਵਿਤਾਵਾਂ ਨੇ ਜਿਹੜੀਆਂ ਤੁਹਾਨੂੰ ਸਿੱਧੀਆਂ ਤੁਹਾਡੇ 'ਤੇ ਅਸਰ ਕਰਦੀਆਂ ਨਾ। ਇਹ 'ਚ ਕੋਈ ਬਹੁਤ ਭਾਰੀ ਫਿਲਾਸਫੀ ਨਹੀਂ ਹੈ, ਬਟ ਇਹ ਸਿੱਧੀਆਂ ਤੁਹਾਡੇ 'ਤੇ ਅਸਰ ਕਰਦੀਆਂ ਨੇ ਇਹ ਚੀਜ਼ਾਂ। ਹੁਣ ਦੇਖੋ, ਇੱਕ ਛੋਟੀ ਜਿਹੀ ਕਵਿਤਾ, ਬੱਚਾ। ਬੱਚਾ ਲੋਰੀ ਦੇ ਸ਼ਬਦ ਨਹੀਂ ਸੰਗੀਤ ਸਮਝਦਾ ਹੈ, ਬੱਚਾ ਲੋਰੀ ਦੇ ਸ਼ਬਦ ਨਹੀਂ ਸੰਗੀਤ ਸਮਝਦਾ ਹੈ, ਅਜੇ ਉਹ ਅਰਥ ਸਮਝਦਾ ਹੈ, ਬਾਅਦ ਵਿੱਚ ਸਿੱਖੇਗਾ ਭਾਸ਼ਾ। ਉਹ ਰਾਮ ਕੁਮਾਰ ਤਿਵਾੜੀ ਦੀ ਜਾਨੀ ਕਿ ਕਿਤਾਬ ਦੀਆਂ 94ਵੀਆਂ ਕਵਿਤਾਵਾਂ ਸੀਗੀਆਂ। ਮੈਂ ਆਸਮਾਨ ਨੂੰ ਸੂਰਜ ਯਾਦ ਨਹੀਂ, ਉਹ ਵੀ ਮੇਰੇ ਕੋਲ ਲਗਭਗ ਹੁਣ ਖਤਮ ਨੇ। ਅਤੇ ਉਹ 'ਚ ਥੋੜ੍ਹੀ ਫਿਲਾਸਫੀ ਭਾਰੀ ਸੀਗੀ ਹੈ ਨਾ। ਉਹਦੀ ਜਿਹੜੀ ਫਿਲਾਸਫੀ ਸੀਗੀ, ਉਹ ਦਰਸ਼ਨ ਸੀਗਾ, ਉਹ ਥੋੜ੍ਹਾ ਜਿਹਾ ਯਾਨੀ ਕਿ ਆਮ ਪਾਠਕ ਤੋਂ ਥੋੜ੍ਹਾ ਜਿਹਾ ਉੱਪਰ ਦਾ ਸੀਗਾ, ਆਮ ਪਾਠਕ ਨਹੀਂ। ਪਰ ਫਿਰ ਮੈਨੂੰ ਵੀ ਚਲੋ, ਜੇ ਕੋਈ ਕਵਿਤਾ ਦਰਸ਼ਨ ਦੇ ਸੰਬੰਧਿਤ ਹੈ ਜਾਂ ਵਧੀਆ ਕਵਿਤਾ, ਉਹ ਵੀ ਆਪਣਾ ਲਿਆਉਣਾ ਫਰਜ਼ ਬਣਦਾ। ਉਹਦਾ ਇੱਕ ਅਲੱਗ ਪਾਠਕ ਵਰਗ ਸੀਗਾ, ਉਹ ਵੀ ਲੋਕਾਂ ਨੇ ਪਸੰਦ ਕੀਤੀ। ਪਰ ਜਿੰਨੀ ਇਹ ਨਰੇਸ਼ ਸਕਸੇਨਾ ਦੀ ਕਿਤਾਬ ਪਸੰਦ ਕੀਤੀ ਗਈ, ਉਹ ਥੋੜ੍ਹੀ ਉਹਦਾ ਅਲੱਗ ਪਾਠਕ ਵਰਗ ਸੀਗਾ। ਇਹ ਮੇਰੀ ਕੁਝ ਪਿਆਰੇ ਕੁਝ ਨਿਆਰੇ ਨਾ, ਇਹ ਅਲੱਗ-ਅਲੱਗ ਲੋਕਾਂ ਬਾਰੇ ਇਹ ਇੱਕ ਪੋਇਟਰੀ ਸਕੈਚਸ ਨੇ, ਇੱਕ ਕਾਵ ਚਿੱਤਰ ਨੇ, ਕਿਆ ਵਿਅਕਤੀ ਚਿੱਤਰ ਕਹਿ ਸਕਦੇ ਹਾਂ। ਪਹਿਲਾਂ ਮੈਂ ਇਹ ਸੁਰਜੀਤ ਪਾਤਰ ਹੋਣਾ 'ਤੇ ਲਿਖਿਆ। ਪਹਿਲਾਂ ਮੋਹਨਜੀਤ ਨੇ ਇਹ ਤੋਂ ਪਹਿਲਾਂ ਜਿੰਨੇ 2-3 ਕਿਤਾਬਾਂ ਮੋਹਨਜੀਤ ਨੇ ਕਾਵ ਚਿੱਤਰਾਂ ਦੀਆਂ ਲਿਖੀਆਂ ਨੇ, ਮੇਰੇ ਖਿਆਲ 'ਚ ਉਸ ਤੋਂ ਬਾਅਦ ਇੱਕ ਸ਼ਾਇਦ ਜੋਗਾ ਸਿੰਘ ਨੇ ਲਿਖੀਆਂ ਨੇ। ਅਤੇ ਕਿਤਾਬੀ ਰੂਪ ਵਿੱਚ ਕਿਸੇ ਦੇ ਕਾਵ ਚਿੱਤਰ ਨਹੀਂ ਆਏ। ਅਤੇ ਉਸ ਤੋਂ ਬਾਅਦ ਫਿਰ ਮੈਂ ਸੁਰਜੀਤ ਪਾਤਰ ਦਾ ਲਿਖਿਆ, ਡਾਕਟਰ ਮਨਮੋਹਨ ਦਾ ਲਿਖਿਆ, ਦਰਸ਼ਨ ਬੁੱਟਰ ਦਾ ਲਿਖਿਆ, ਨਰੇਸ਼ ਸਕਸੇਨਾ ਦਾ ਲਿਖਿਆ, ਅਤੇ ਆਪਣੇ ਜਰਨੈਲ ਸਿੰਘ ਸੀਗੇ, ਵਿੰਸੈਂਟ ਵੌਨ ਗੌਗ ਸੀਗੇ ਹੈ ਨਾ, ਸ਼ਮਸ਼ੇਰ ਮੋਹੀ ਸੀਗੇ, ਗੁਰਪ੍ਰੀਤ ਸੀਗੇ, ਯਾਨੀ ਕਿ ਅਲੱਗ-ਅਲੱਗ ਲੋਕਾਂ ਦਾ, ਅਲੱਗ-ਅਲੱਗ ਫੀਲਡ ਦੇ ਲੋਕਾਂ ਦਾ ਅਲੱਗ-ਅਲੱਗ ਮੈਂ ਇਸ ਤਰ੍ਹਾਂ ਦੇ ਸਕੈਚਸ ਮੈਂ ਲਿਖੇ। ਉਹ ਮੈਨੂੰ ਲੱਗਿਆ ਕਿ ਮੈਂ ਇਹਨੂੰ ਵਧੀਆ ਕਰ ਸਕਦਾ। ਐਕਚੁਅਲੀ ਕਾਵ ਚਿੱਤਰ ਤੁਸੀਂ ਲਿਖੀ ਉਸ ਸ਼ਖਸ ਬਾਰੇ ਸਕਦੇ ਹੋ ਜਾਂ ਤੁਹਾਡੇ ਬਹੁਤ ਕਲੋਜ਼ ਰਿਹਾ ਹੋਵੇ। ਜਿਵੇਂ ਮੰਨ ਲਓ ਜਰਨੈਲ ਸਿੰਘ ਹੈ, ਇਹ ਮੇਰੇ ਕਲੋਜ਼ ਨਹੀਂ ਸੀ ਕਿਉਂਕਿ ਮੇਰੇ ਤੋਂ ਬਹੁਤ ਪਹਿਲਾਂ ਚਲੇ ਗਏ ਸੀ। ਅਤੇ ਬਟ ਇਹਦੇ ਬਾਰੇ ਮੈਂ ਸਰਚ ਕੀਤਾ ਹੈ ਨਾ,
ਪਰ ਜਿੰਨੇ ਵਧੀਆ ਲਿਖੇ ਜਾਂਦੇ ਨੇ ਉਹਨਾਂ ਲੋਕਾਂ ਬਾਰੇ ਲਿਖੇ ਜਾਂਦੇ ਨੇ ਜਿਹੜੇ ਤੁਹਾਡੇ ਕਲੋਜ਼ ਰਹੇ ਹੋਣ ਜਾਂ ਤੁਹਾਡੇ ਨਾਲ ਵਿਚਰਦੇ ਹੋਣ, ਜਿਨ੍ਹਾਂ ਦੀਆਂ ਖੂਬੀਆਂ ਕਮੀਆਂ ਤੁਹਾਨੂੰ ਪਤਾ ਹੋਵੇ। ਹਾਂ, ਦੂਜਿਆਂ ਬਾਰੇ ਤੁਸੀਂ ਇੱਕ ਫਾਰਮ ਬਣਾ ਕੇ ਤੁਸੀਂ ਜ਼ਰੂਰ ਲਿਖ ਸਕਦੇ ਹੋ। ਜਰਨੈਲ ਸਿੰਘ ਬਾਰੇ ਲਿਖਤਾ, ਵਿੰਸੈਂਟ ਵੌਨ ਗੋਗਲ ਬਾਰੇ ਲਿਖਤਾ, ਬਟ ਜਿਹੜੇ ਮੇਰੇ ਦੋਸਤਾਂ ਬਾਰੇ ਲਿਖਿਆ ਜਾਂ ਮੇਰੇ ਲੇਖਕ ਜਿਹੜੇ ਮਿੱਤਰ ਨੇ ਉਹਨਾਂ ਬਾਰੇ ਲਿਖਿਆ, ਉਹਨਾਂ ਮੇਰੀ ਕਲੋਜ਼ਨੈਸ ਸੀਗੀ ਕਾਫੀ, ਹੈ ਨਾ। ਅਤੇ ਉਹ ਵਧੀਆ ਵੀ ਤਾਂ ਹੀ ਲਿਖੀ ਗਈ ਕਿਉਂਕਿ ਉਹਨਾਂ ਦਾ ਮੈਨੂੰ ਸਾਰਾ ਕੁਛ ਪਤਾ ਹੁੰਦਾ। ਤੁਹਾਨੂੰ ਵਿੰਬ ਫਿਰ ਉਸ ਤਰ੍ਹਾਂ ਦੇ ਇਮੇਜਸ ਤੁਹਾਡੇ ਮਾਈਂਡ 'ਚ ਸੈੱਟ ਹੋ ਜਾਂਦੀਆਂ ਨੇ, ਹੈ ਨਾ। ਉਸ ਤਰ੍ਹਾਂ ਲਿਖਦਾ। ਹੁਣ ਜਿਵੇਂ ਡਾਕਟਰ ਮਨਮੋਹਨ ਦਾ ਲਿਖਿਆ, ਉਹ ਮੈਨੂੰ ਬੜਾ ਪਿਆਰਾ ਲੱਗਦਾ ਉਹ ਕਾਵਿ ਚਿੱਤਰ, ਕਿਉਂਕਿ ਉਹਨਾਂ ਦਾ ਮੇਰੇ ਕਾਫੀ ਨਜ਼ਦੀਕੀ ਨੇ, ਅਸੀਂ ਸਾਹਿਤਕ ਤੌਰ 'ਤੇ ਵੀ ਕਾਫੀ ਇਕੱਠੇ ਵਿਚਰਦੇ ਹਾਂ। ਅਤੇ ਇਸ ਤਰ੍ਹਾਂ ਹੁੰਦਾ ਕਿ ਤੁਹਾਡਾ ਅਨੁਭਵ ਉਹਦੇ 'ਚ ਤੁਹਾਡੇ ਨਜ਼ਦੀਕੀ ਹੁੰਦੀ ਹੈ ਜਿਹੜੀ, ਉਹ ਤੁਹਾਨੂੰ ਯਾਨੀ ਕਿ ਸਹਿਯੋਗ ਕਰਦੀ ਹੈ ਤੁਹਾਡਾ ਇਸ ਤਰ੍ਹਾਂ ਦੇ ਪੋਇਟਿਕ ਸਕੈਚ ਜਿਹੜੇ ਲਿਖਣ ਵਾਸਤੇ। ਅੱਜ ਕੱਲ੍ਹ ਮੈਂ ਨਾ ਕੁਛ ਇੱਕ ਕਿਤਾਬ ਸੰਪਾਦ ਕੀਤੀ ਹੈ ਪੰਛੀਆਂ ਬਾਰੇ। ਜਿੰਨੇ ਵੀ ਪੰਜਾਬੀ 'ਚ ਕਵਿਤਾਵਾਂ ਸੀਗੀਆਂ, ਜਿੰਨੀਆਂ ਮੈਨੂੰ ਮਿਲੀਆਂ ਵਧੀਆ, ਉਹ ਮੈਂ ਇਕੱਠੀਆਂ ਕੀਤੀਆਂ ਅਤੇ ਜੀ ਚਾਹੇ ਪੰਛੀ ਹੋ ਜਾਵਾਂ ਦੇ ਨਾਮ ਹੇਠ ਕਿਤਾਬ ਮੇਰੀ ਪ੍ਰਕਾਸ਼ਿਤ ਹੋਣ ਲਈ ਚਲੀ ਗਈ ਹੈ। ਉਹ ਮੈਨੂੰ ਲੱਗਿਆ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ, ਕਿਉਂਕਿ ਅਸੀਂ ਵਾਤਾਵਰਨ ਤੋਂ ਜਾਂ ਉਸ ਤਰ੍ਹਾਂ ਦੇ ਜਿਹੜਾ ਸਮਤੋਲ ਹੈ ਜ਼ਿੰਦਗੀ ਦਾ, ਉਹ ਸਾਡਾ ਖਤਮ ਹੋ ਰਿਹਾ ਸਾਰਾ ਕੁਛ। ਅਸੀਂ ਪੰਛੀਆਂ ਪਰਿੰਦਿਆਂ ਤੋਂ ਜਾਂ ਸਾਡੇ ਜੀਵਨ 'ਚ ਜਿਸ ਤਰ੍ਹਾਂ ਉਹਨਾਂ ਦਾ ਰੋਲ ਹੈ ਵੀ ਉਹ ਤੋਂ ਅਸੀਂ ਦੂਰ ਜਾ ਰਹੇ ਹਾਂ। ਮੈਨੂੰ ਲੱਗਿਆ ਕਿ ਮੈਨੂੰ ਇਹ ਉੱਦਮ ਕਰਨਾ ਚਾਹੀਦਾ। ਸਾਡਾ ਇੱਕ NGO ਵੀ ਹੈਗਾ, ਸਾਡਾ ਸਵਪਨ ਫਾਊਂਡੇਸ਼ਨ, ਅਤੇ ਉਹਦਾ ਵੀ ਅਸੀਂ ਸਹਿਯੋਗ ਲੈ ਰਹੇ ਹਾਂ ਕਿ ਚਲੋ ਵੱਧੋ ਵੱਧ ਲੋਕਾਂ ਤੱਕ ਇਹ ਕਿਤਾਬ ਜਾਵੇ ਤਾਂ ਥੋੜ੍ਹੀ ਬਹੁਤ ਸਮਥਿੰਗਸ ਬੈਟਰ ਦੈਨ ਨਥਿੰਗ, ਕਿ ਕੁਛ ਸੰਵੇਦਨਾ ਲੋਕਾਂ 'ਚ ਜਾਗੇ ਕਿ ਇਹ ਵੀ ਸਾਡੇ ਸੰਸਾਰ ਦਾ ਹਿੱਸਾ ਨੇ, ਜੋ ਪੰਛੀ ਨੇ, ਜੋ ਪਰਿੰਦੇ ਨੇ। ਅਤੇ ਅਸੀਂ ਇਹਨਾਂ ਬਿਨਾਂ ਵੀ ਸਾਡਾ ਵੀ ਕੋਈ ਗਤੀ ਨਹੀਂ ਹੈਗੀ, ਕਿਉਂਕਿ ਜੀਵਨ ਦਾ ਇੱਕ ਸਮਤੋਲ ਬਣਿਆ ਰਹਿੰਦਾ। ਇੱਕ ਇਹ ਕੀਤਾ, ਬਾਕੀ ਮੈਂ ਅਨੁਵਾਦ ਵੀ ਚੱਲਦਾ ਰਹਿੰਦਾ ਹੈ। ਅਤੇ ਮੈਂ ਵਾਰਤਕ 'ਤੇ ਮੇਰਾ ਕਾਫੀ, ਮੈਂ ਐਤਕੀ ਆਰਟੀਕਲਸ ਵਗੈਰਾ ਮੇਰੇ ਪੰਜਾਬੀ ਟ੍ਰਿਬਿਊਨ ਛਪਦ ਰਹੇ ਨੇ, ਅਤੇ ਉਹ ਵੀ ਲਿਖ ਰਿਹਾ, ਕਿਉਂਕਿ ਵਾਰਤਕ ਵੀ ਮੈਨੂੰ ਐਂ ਲੱਗਦਾ ਕਿ ਕਈ ਗੱਲਾਂ ਤੁਸੀਂ ਕਵਿਤਾ 'ਚ ਨਹੀਂ ਕਹਿ ਸਕਦੇ, ਤੁਸੀਂ ਉਹ ਵਾਰਤਕ 'ਚ ਕਹਿ ਜਾਂਦੇ ਹੋ, ਹੈ ਨਾ। ਸਹਿਧਾਰਾ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਖਾਸ ਕਰਕੇ ਮਨਦੀਪ ਕੌਰ ਭਮਰਾ ਮੈਮ ਦਾ ਬਹੁਤ ਬਹੁਤ ਸ਼ੁਕਰੀਆ।